प्यारे विद्यार्थियों, ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ NMMS ਭਾਵ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਦੇ ਮੈਂਟਲ ਐਬਿਲਿਟੀ ਟੈਸਟ ਭਾਵ ਮਾਨਸਿਕ ਯੋਗਤਾ ਟੈਸਟ, ਜਿਸ ਨੂੰ ਮੈਟ ਵੀ ਕਿਹਾ ਜਾਂਦਾ ਹੈ, MAT ਦੇ NMMS ਦੇ 2020 ਵਿੱਚ ਪੁੱਛੇ ਗਏ ਪ੍ਰਸ਼ਨ ਵਿੱਚੋਂ प्रश्न नंबर 1 ਤੋਂ 10 बारे चर्चा करांगे। ये प्रश्न न्यूमेरिकल ਜਾਂ अल्फाबेट सीरीज हैं, भाव अंक ਜਾਂ ਅੱਖਰ ਲੜੀਆਂ ਹਨ। इस प्रकार के ਤੁਹਾਨੂੰ प्रश्न ਦਿੱਤੇ गए हैं, निर्देश ਦਿੱਤੇ गए हैं, जिमें कि लिखा गया है प्रश्न नंबर 1 ਤੋਂ 10। ਹੇਠ ਲਿਖੇ ਪ੍ਰਸ਼ਨਾਂ ਵਿੱਚ ਭਾਵ 1 ਤੋਂ 10 ਨੰਬਰ ਦੇ ਅੰਕ ਤੱਕ ਦੇ ਜੋ ਪ੍ਰਸ਼ਨ ਹਨ, ਉਹਨਾਂ ਵਿੱਚ ਅੰਕਾਂ ਜਾਂ ਅੱਖਰਾਂ ਦੀ ਇੱਕ ਲੜੀ ਦਿੱਤੀ ਗਈ ਹੈ। ਜਾਂ ਤਾਂ ਅੰਕਾਂ ਦੀ ਲੜੀ ਹੈ ਜਾਂ ਅੱਖਰਾਂ ਦੀ। ਇਹਨਾਂ ਲੜੀਆਂ ਵਿੱਚ ਇੱਕ ਸਥਾਨ ਖਾਲੀ ਛੱਡਿਆ ਗਿਆ ਹੈ। ਇਸ ਸੰਬੰਧ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋ ਪਹਿਲਾਂ ਦਾ ਸੰਬੰਧ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੜੀ ਨੂੰ ਪੂਰਾ ਕਰਨ ਦੇ ਲਈ ਦਿੱਤੇ ਗਏ ਉੱਤਰਾਂ ਵਿੱਚੋਂ ਸਹੀ ਉੱਤਰਾਂ ਦੀ ਚੋਣ ਕਰੋ। ਸੋ ਪਹਿਲਾ ਜਿਹੜਾ ਹੈ ਪ੍ਰਸ਼ਨ ਦਿੱਤਾ ਗਿਆ ਹੈ 3, 6, 18, 72। एक लड़ी दी गई है 3, 6, 18, 72। अगला जो इस दे विच अंक है वो असी देखना है कि की है। संबंध उही होना चाहिए है जो 3 और 6 का है, 6 और 18 का आपस में है और 72 का आपस में संबंध है। सो प्यारे विद्यार्थी, अजिहियां अंक लड़ियां नूं हल करने लई सब तो पहला असी देखना है कि लड़ी चढ़ते क्रम में है ਜਾਂ ਵਾਧੇ ਕ੍ਰਮ ਵਿੱਚ। ਜੇਕਰ ਜੋੜ ਜਾਂ ਗੁਣਾ ਹੋ ਰਿਹਾ ਹੈ ਤਾਂ ਚੜ੍ਹਦੇ ਕ੍ਰਮ ਵਿੱਚ ਹੋਣੀ ਚਾਹੀਦੀ ਹੈ। ਭਾਵ ਜੇਕਰ ਲੜੀ ਚੜ੍ਹਦੇ ਕ੍ਰਮ ਵਿੱਚ ਹੈ, ਜਿਵੇਂ ਕਿ ਦਿੱਤੀ ਗਈ ਲੜੀ ਹੈ, ਤਾਂ ਇੱਥੇ ਨਾਲ ਦੇ ਅੰਕਾਂ ਦੇ ਵਿੱਚ ਜ਼ਿਆਦਾ ਜੋੜ ਹੋਇਆ ਹੈ ਜਾਂ ਗੁਣਾ ਹੋਈ ਹੈ। ਅਤੇ ਜੇਕਰ ਘਟਾਓ ਜਾਂ ਭਾਗ ਹੋਈ ਹੈ ਅੰਕਾਂ ਦੇ ਵਿੱਚ, ਤਾਂ ਉਹ ਘਟਦਾ ਕ੍ਰਮ ਜਾਂ ਲਹਿੰਦਾ ਕ੍ਰਮ ਹੋਵੇਗਾ। सो क्योंकि दी गई लड़ी जी है चढ़ता क्रम है, इस करके ये ज़्यादा जोड़ होया है या घटाओ हुई है। हुण असीं देखते हैं कि 3 और 6 की संबंध है। असीं देखते हैं कि जेकर 3 नूं 2 दे नाल गुणा कर दईए तो सानूं 6 प्राप्त होंदा है। 6 नूं 3 दे नाल गुणा कर दईए तो सानूं 18 प्राप्त होंदे हन। अते इसे प्रकार जेकर 18 ਨੂੰ 4 ਨਾਲ ਗੁਣਾ ਕਰੀਏ ਤਾਂ 72 ਪ੍ਰਾਪਤ ਹੁੰਦੇ ਹਨ। ਇਸ ਲਈ 72 ਨੂੰ ਹੁਣ ਅੱਗੇ 5 ਨਾਲ ਗੁਣਾ ਕਰਕੇ ਜੋ ਸਾਨੂੰ ਪ੍ਰਾਪਤ ਹੋਏਗਾ ਉਹੀ ਸਾਡਾ ਉੱਤਰ ਹੋਏਗਾ। ਸੋ 72 ਨੂੰ ਜਦੋਂ ਅਸੀਂ 5 ਨਾਲ ਗੁਣਾ ਕਰਦੇ ਹਾਂ ਤਾਂ ਸਾਨੂੰ 360 ਉੱਤਰ ਮਿਲਦਾ ਹੈ। ਇਸ ਲਈ ਸਾਡਾ ਜੋ ਸਹੀ ਉੱਤਰ ਹੈ ਉਹ ਦੂਸਰਾ ਵਿਕਲਪ ਹੈ ਜਾਂ 360। ਇਸ ਲਈ ਅਸੀਂ ਆਪਣੀ OMR ਸ਼ੀਟ ਦੇ ਵਿੱਚ ਦੂਜੀ ਆਪਸ਼ਨ ਨੂੰ काला करांगे, दूजे अंडे नूं काला कर देंगे। सो दूसरा प्रश्न है अंगणितक लड़ी 3, 4, 8, 17। फिर खाली थां है 58 ते 94। सो किहो जिहा संबंध इन्हां विच सानूं नज़र आ रहा है। देखते हैं कि ये चढ़ते क्रम विच है, भाव जां तां नाल वाले संख्यावां दे विच आपस विच गुणा होई है जां कुछ ना कुछ कोई अंक विच जोड़िया गया है। ਅਸੀਂ ਦੇਖਦੇ ਹਾਂ ਕਿ 3 ਅਤੇ 4 ਦੇ ਵਿੱਚ 1 ਦਾ ਅੰਤਰ ਹੈ। ਭਾਵ 3 ਦੇ ਵਿੱਚ 1 ਜੋੜਨ 'ਤੇ 4 ਪ੍ਰਾਪਤ ਹੋਇਆ ਹੈ। 4 ਦੇ ਵਿੱਚ 4 ਜੋੜਨ 'ਤੇ 8 ਪ੍ਰਾਪਤ ਹੁੰਦਾ ਹੈ। 8 ਦੇ ਵਿੱਚ 9 ਜੋੜਨ 'ਤੇ ਸਾਨੂੰ 17 ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ 58 ਦੇ ਵਿੱਚ 36 ਜੋੜਨ 'ਤੇ ਸਾਨੂੰ 94 ਪ੍ਰਾਪਤ ਹੁੰਦੇ ਹਨ। ਜੇਕਰ ਆਪਾਂ ਇਹਨਾਂ ਸੰਖਿਆ ਨੂੰ ਦੇਖਦੇ ਹਾਂ 1, 4, 9, 36 ਤਾਂ ਇਹ वर्ग हैं। जिमें 1 का वर्ग 1 है, 2 का वर्ग 4 है, 3 का वर्ग 9 है, 6 का वर्ग 36 है। सो सानू 17 दे विच 4 का वर्ग जोड़न की जरूरत है। जिमें कि 3 का वर्ग 9 जुड़ चुका है 8 दे विच, 8 दे विच 3 का वर्ग 9 जोड़न ते सानू 17 प्राप्त होया है। इस करके हुण जे 17 दे विच सानू 9
4 ਦਾ ਵਰਗ ਭਾਵ 16 ਜੋੜਨ ਦੀ ਜ਼ਰੂਰਤ ਹੈ। ਸੋ 16 ਦੇ ਵਿੱਚ 17 ਵਿੱਚ 16 ਜੋੜਾਂਗੇ ਤਾਂ ਸਾਨੂੰ 33 ਪ੍ਰਾਪਤ ਹੋਣਗੇ। ਹੁਣ ਅਸੀਂ ਦੇਖਣਾ ਹੈ ਕਿ ਕੀ 33 ਵਿੱਚ ਅੱਗੇ 5 ਦਾ ਵਰਗ ਭਾਵ 25 ਜੋੜਨ 'ਤੇ ਵੀ ਸਾਨੂੰ 28 ਪ੍ਰਾਪਤ ਹੁੰਦੇ ਹਨ, 58 ਪ੍ਰਾਪਤ ਹੁੰਦੇ ਹਨ। ਬਿਲਕੁਲ, ਸਾਨੂੰ ਜੇਕਰ ਅਸੀਂ 33 ਦੇ ਵਿੱਚ 25 ਜੋੜਾਂਗੇ ਤਾਂ 58 ਪ੍ਰਾਪਤ ਹੁੰਦੇ ਹਨ। ਇਸ ਲਈ ਸਾਡੀ ਜਿਹੜਾ ਸਹੀ ਉੱਤਰ ਹੈ, ਸਹੀ ਵਿਕਲਪ ਹੈ, ਉਹ ਹੈ ਵਿਕਲਪ ਨੰਬਰ 4 ਜਾਂ 33। ਇਸ ਲਈ ਅਸੀਂ ਆਪਣੀ OMR ਸ਼ੀਟ ਦੇ ਵਿੱਚ ਚੌਥੇ ਨੰਬਰ ਵਿਕਲਪ ਨੂੰ ਕਾਲਾ ਕਰਾਂਗੇ। ਅਗਲਾ ਪ੍ਰਸ਼ਨ ਹੈ ਕੁਐਸਚਨ ਨੰਬਰ 3। ਅੰਕ ਲੜੀ ਹੈ 14, 19, 116, 125, 136। ਫਿਰ ਇਹ ਚੜ੍ਹਦੇ ਕ੍ਰਮ ਵਿੱਚ ਲੜੀ ਹੈ, ਭਾਵ ਜਾਂ ਤਾਂ ਜੋੜ ਹੋਇਆ ਹੈ ਜਾਂ ਗੁਣਾ ਹੋਈ ਹੈ। ਜੇਕਰ ਅਸੀਂ ਅੰਤਰ ਨੂੰ ਦੇਖੀਏ ਤਾਂ 14 ਅਤੇ 19 ਦੇ ਵਿਚਕਾਰ ਅੰਤਰ 5 ਹੈ। 19 ਅਤੇ 116 ਦੇ ਵਿੱਚ ਅੰਤਰ ਕਾਫੀ ਜ਼ਿਆਦਾ ਹੋ ਜਾਂਦਾ ਹੈ। 116 ਅਤੇ 25 ਦੇ ਵਿੱਚ ਅੰਤਰ 9 ਹੈ। ਸੋ ਇਸੇ ਪ੍ਰਕਾਰ 125 ਅਤੇ 36 ਦੇ ਵਿੱਚ ਅੰਤਰ 11 ਦਾ ਹੈ। ਸੋ ਜੇਕਰ ਅਸੀਂ ਇਸੇ ਪ੍ਰਕਾਰ ਦੇਖਦੇ ਹਾਂ ਕਿ 5, 14 ਅਤੇ 19, ਜੇਕਰ ਇਹਨਾਂ ਨੂੰ ਦੋ ਲੜੀਆਂ ਮੰਨ ਲਈਏ ਕਿ ਇੱਕ 14 ਅਤੇ 19 ਵਾਲੀ ਲੜੀ ਹੈ, 116 ਅਤੇ 25 ਦੀ ਦੂਸਰੀ ਲੜੀ ਹੈ, ਅਤੇ ਇਸੇ ਪ੍ਰਕਾਰ 136 'ਤੇ ਅਗਲਾ ਕੋਈ ਅੰਕ ਹੋਰ ਲੜੀ ਹੋਵੇਗੀ। ਤਾਂ ਜਿਵੇਂ 5 ਜੁੜਿਆ ਹੈ, ਫਿਰ ਅੱਗੇ 9 ਜੁੜੇ ਹਨ, ਤਾਂ ਅੱਗੇ 13 ਜੁੜਨੇ ਚਾਹੀਦੇ ਹਨ। ਜੇਕਰ ਆਪਾਂ ਇੱਕ ਤਰੀਕੇ ਨਾਲ ਦੇਖੀਏ ਤਾਂ 136 ਵਿੱਚ ਆਪਾਂ 13 ਜੋੜਦੇ ਹਾਂ ਤਾਂ 149 ਸਾਨੂੰ ਪ੍ਰਾਪਤ ਹੁੰਦੇ ਹਨ। ਪਰੰਤੂ ਇਹ ਜੋ ਅਸੀਂ ਹੱਲ ਕਰ ਰਹੇ ਹਾਂ, ਇਹ ਤਰਕ ਪੂਰਨ ਨਹੀਂ ਲੱਗ ਰਿਹਾ ਪੂਰਾ। ਇਸ ਕਰਕੇ ਅਸੀਂ ਇਸ ਨੂੰ ਛੱਡਦੇ ਹਾਂ, ਹੋਰ ਤਰੀਕੇ ਨਾਲ ਜਿਹੜਾ ਹੈ ਉਹ ਸੋਚਦੇ ਹਾਂ ਕਿ ਜੇਕਰ ਅਸੀਂ ਇਹਨਾਂ ਨੂੰ ਦੇਖੀਏ ਅੰਕ ਲੜੀਆਂ ਨੂੰ, ਤਾਂ ਸਾਰਿਆਂ ਦੇ ਵਿੱਚ ਇੱਕ 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 ਅੱਗੇ ਲਿਖਿਆ ਹੋਇਆ ਹੈ। ਜੇਕਰ ਆਪਾਂ ਮੋਹਰਲੇ ਇੱਕ ਨੂੰ ਛੱਡ ਦਈਏ ਤਾਂ ਬਾਕੀ ਸਾਡੇ ਕੋਲ ਬਚਦਾ ਹੈ 4, 9, 16, 25, 36, ਜੋ ਕਿ ਫਿਰ ਵਰਗ ਹਨ। 2 ਦਾ ਵਰਗ ਬਰਾਬਰ 4, 3 ਦਾ ਵਰਗ ਬਰਾਬਰ 9, 4 ਦਾ ਵਰਗ ਬਰਾਬਰ 25, 5 ਦਾ ਵਰਗ 4 ਦਾ ਵਰਗ ਬਰਾਬਰ 16, 5 ਦਾ ਵਰਗ ਬਰਾਬਰ 25, 6 ਦਾ ਵਰਗ ਬਰਾਬਰ 36। ਸੋ ਅੱਗੇ 7 ਦਾ ਵਰਗ ਆਏਗਾ। ਇਸ ਤੋਂ ਅੱਗੇ 7 ਦਾ ਵਰਗ ਹੁੰਦਾ ਹੈ 49, ਕਿਉਂਕਿ ਮੋਹਰੇ ਏਕਾ ਲੱਗਿਆ ਹੋਇਆ ਹੈ, ਇਸ ਕਰਕੇ ਉੱਤਰ 149 ਆਏਗਾ। ਇਹ ਜਿਹੜਾ ਹੈ ਸਾਨੂੰ ਜ਼ਿਆਦਾ ਤਰਕਪੂਰਨ ਲੱਗਦਾ ਹੈ। ਇਸ ਤਰੀਕੇ ਨਾਲ ਅਸੀਂ ਸਵਾਲ ਹੱਲ ਕਰ ਸਕਦੇ ਹਾਂ। ਸੋ ਜਿਹੜਾ ਉੱਤਰ ਹੈ ਉਹ ਆਪਸ਼ਨ ਨੰਬਰ 1 ਹੈ, ਵਿਕਲਪ ਨੰਬਰ 1 ਹੈ। ਅਸੀਂ 1 ਨੰਬਰ ਸਰਕਲ ਨੂੰ, 1 ਨੰਬਰ ਅੰਡੇ ਨੂੰ, ਓਵਲ ਨੂੰ ਕਾਲਾ ਕਰਾਂਗੇ। ਚੌਥਾ ਪ੍ਰਸ਼ਨ ਹੈ ਅੰਕ ਲੜੀ 4, 20, 6, 42, 8, 72, 10। ਸੋ ਪਿਆਰੇ ਵਿਦਿਆਰਥੀ, ਉਹਨਾਂ ਨੂੰ ਜੇਕਰ ਆਪਾਂ ਧਿਆਨ ਦੇ ਨਾਲ ਦੇਖਾਂਗੇ ਤਾਂ ਇਹ ਲੜੀ ਪਹਿਲਾਂ 4 ਤੋਂ 20 ਤੱਕ ਵੱਧਦੇ ਕ੍ਰਮ ਵਿੱਚ ਹੈ, ਫਿਰ 6 ਘਟਦਾ ਕ੍ਰਮ ਹੋ ਗਿਆ, ਫਿਰ 42 ਵੱਧਦਾ ਹੋ ਗਿਆ, ਫਿਰ ਘਟਦਾ ਹੋ ਗਿਆ 8। ਸੋ ਅਜਿਹੀਆਂ ਲੜੀਆਂ ਨੂੰ ਆਪਾਂ ਸੋਚ ਸਕਦੇ ਹਾਂ ਕਿ ਇਹ ਦੋ ਲੜੀਆਂ ਹਨ ਜੋ ਪੈਰਲਲ ਚੱਲ ਰਹੀਆਂ ਹਨ। ਜਿਵੇਂ ਇੱਕ ਲੜੀ ਹੈ 4, 6, 8, 10 ਇਹ ਚੱਲ ਰਹੀ ਹੈ, ਅਤੇ ਅਗਲਾ ਇਸ ਤੋਂ ਅੱਗੇ 12 ਹੋਣਾ ਚਾਹੀਦਾ। ਪਰ ਕਿਉਂਕਿ ਅਸੀਂ
10 ਤੋਂ ਅਗਲੀ ਸੰਖਿਆ ਪਤਾ ਕਰਨੀ ਹੈ, 12 ਉਸ ਤੋਂ ਅਗਲੀ ਸੰਖਿਆ ਆਏਗੀ। ਇਸ ਕਰਕੇ ਇਸ ਨੂੰ ਆਪਾਂ ਛੱਡਦੇ ਹਾਂ, ਇਸ ਵਿਚਾਰ ਨੂੰ ਛੱਡ ਦਿੰਦੇ ਹਾਂ, ਕਿਸੇ ਹੋਰ ਵਿਚਾਰ ਨਾਲ ਸੋਚਦੇ ਹਾਂ। ਅਸੀਂ ਦੇਖਦੇ ਹਾਂ ਕਿ 20, 42, 72 ਦੇ ਵਿੱਚ ਕੀ ਸੰਬੰਧ ਹੈ। 20 ਦੇ ਵਿੱਚ ਜੇਕਰ 22 ਜੋੜੀਏ ਤਾਂ ਸਾਨੂੰ 42 ਪ੍ਰਾਪਤ ਹੁੰਦੇ ਹਨ। ਫਿਰ ਉਹ ਜਿਹੜੀ ਸੰਖਿਆ 42 ਪ੍ਰਾਪਤ ਹੋਈ ਹੈ ਉਸ ਵਿੱਚ 30 ਜੋੜੀਏ ਤਾਂ ਸਾਨੂੰ 72 ਪ੍ਰਾਪਤ ਹੁੰਦੇ ਹਨ। ਅਗਲੀ ਸੰਖਿਆ ਪ੍ਰਾਪਤ ਹੁੰਦੀ ਹੈ 72। ਭਾਵ 22 ਦੇ ਵਿੱਚ 8 ਜੋੜੇ ਗਏ ਹਨ, 22 ਦੇ ਵਿੱਚ 8 ਜੋੜੇ ਗਏ ਹਨ 30, ਅਤੇ ਅਗਲੀ ਸੰਖਿਆ 72। ਸੋ ਇਸ ਕਰਕੇ ਜੇਕਰ ਸਾਡੇ ਕੋਲ ਅਗਲੀ ਸੰਖਿਆ ਪ੍ਰਾਪਤ ਕਰਨੀ ਹੈ ਤਾਂ ਸਾਨੂੰ 72 ਦੇ ਵਿੱਚ 38 ਜੋੜਨੇ ਪੈਣਗੇ। ਸੋ 72 ਦੇ ਵਿੱਚ 38 ਜੋੜਨ 'ਤੇ ਸਾਨੂੰ 110 ਪ੍ਰਾਪਤ ਹੁੰਦੇ ਹਨ। ਸੋ ਜੋ ਕਿ ਇੱਕ ਆਪਸ਼ਨ ਹੈਗੀ ਆ, ਅਤੇ ਇਹ ਉੱਤਰ ਹੋ ਸਕਦਾ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਵੀ ਜਿਹੜਾ ਹੈ ਇਸ ਵਿਚਾਰ ਦੇ ਨਾਲ, ਇਸ ਤਰੀਕੇ ਦੇ ਨਾਲ ਹੱਲ ਕਰਨਾ ਪੂਰਾ ਤਰਕਪੂਰਨ ਨਹੀਂ ਲੱਗ ਰਿਹਾ। ਇਸ ਨੂੰ ਛੱਡ ਕੇ ਕਿਸੇ ਹੋਰ ਤਰੀਕੇ ਨਾਲ ਸੋਚਦੇ ਹਾਂ। ਜਿਵੇਂ 20 ਕਿਵੇਂ ਪ੍ਰਾਪਤ ਹੋਇਆ ਹੈ। 4 ਅਤੇ 20 ਦੇ ਵਿੱਚ ਅਸੀਂ ਸੰਬੰਧ ਦੇਖੀਏ। 4 ਨੂੰ 5 ਨਾਲ ਗੁਣਾ ਕਰਨ 'ਤੇ 20 ਪ੍ਰਾਪਤ ਹੋਇਆ ਹੈ। 4 ਅਤੇ 5 ਦੋਨੋਂ ਕੁਦਰਤੀ ਸੰਖਿਆਵਾਂ ਹਨ। ਚੌਥੀ ਅਤੇ ਪੰਜਵੀਂ ਪ੍ਰਾਕਿਰਤਿਕ ਸੰਖਿਆ ਹੈ। ਇਹਨਾਂ ਨੂੰ ਗੁਣਾ ਕਰਨ 'ਤੇ 20 ਪ੍ਰਾਪਤ ਹੋਇਆ ਹੈ। ਸੋ ਅਗਲੀਆਂ ਪ੍ਰਾਕਿਰਤਿਕ ਸੰਖਿਆਵਾਂ 6 ਅਤੇ 7 ਹਨ, ਜਿਨ੍ਹਾਂ ਨੂੰ ਗੁਣਾ ਕਰਨ 'ਤੇ 42 ਪ੍ਰਾਪਤ ਹੋਇਆ ਹੈ। ਸੋ ਇੱਥੇ 6 ਆ ਗਿਆ, 4, 5, ਫਿਰ 20 ਆ ਗਿਆ, 6 ਨੂੰ 7 ਨਾਲ ਗੁਣਾ ਕੀਤਾ ਗਿਆ ਹੈ, 42 ਇੱਥੇ ਆ ਗਿਆ। ਸੋ ਇਸੇ ਪ੍ਰਕਾਰ 7 ਤੋਂ ਬਾਅਦ ਅਗਲੀ ਪ੍ਰਾਕਿਰਤਿਕ ਸੰਖਿਆ 8 ਅਤੇ 9 ਹੈ। 8 ਅਤੇ 9 ਨੂੰ ਗੁਣਾ ਕਰਨ 'ਤੇ 72 ਆਇਆ ਹੈ। ਸੋ ਇੱਧਰ 8 ਆ ਗਿਆ ਅਤੇ 72 ਆ ਗਿਆ। ਸੋ ਅਗਲੀ ਜਿਹੜੀ ਪ੍ਰਾਕਿਰਤਿਕ ਸੰਖਿਆ ਹੈ ਉਹ 9 ਅਤੇ 10 ਹੈ, 10 ਅਤੇ 11 ਹੈ, ਜਿਨ੍ਹਾਂ ਨੂੰ ਗੁਣਾ ਕਰਨ 'ਤੇ 110 ਪ੍ਰਾਪਤ ਹੁੰਦਾ ਹੈ, ਜੋ ਕਿ ਸਾਡੇ ਕੋਲ ਇੱਕ ਆਪਸ਼ਨ ਹੈ। ਇਸ ਕਰਕੇ ਜੋ ਸਹੀ ਇਹ ਸਾਨੂੰ ਤਰਕ ਜਿਹੜਾ ਹੈ ਠੀਕ ਦਿਖਾਈ ਦੇ ਰਿਹਾ ਹੈ। ਸਭ ਤੋਂ ਵਧੀਆ ਇਸ ਤਰੀਕੇ ਨਾਲ ਅਸੀਂ ਹੱਲ ਕਰ ਸਕਦੇ ਹਾਂ। ਇਸ ਤਰਕਪੂਰਨ ਜਿਹੜਾ ਹੈ ਸਾਡਾ ਸਵਾਲ ਹੱਲ ਹੋ ਰਿਹਾ ਹੈ। ਸੋ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਜੋ ਸਹੀ ਆਪਸ਼ਨ ਹੈ ਉਹ ਚੌਥੀ ਹੈ। ਇਸ ਕਰਕੇ ਆਪਾਂ 4 ਨੰਬਰ ਓਵਲ 'ਤੇ ਅੰਡਾਕਾਰ ਗੋਲੇ 'ਤੇ ਟਿਕ ਕਰਾਂਗੇ। ਪੰਜਵਾਂ ਪ੍ਰਸ਼ਨ, 5, 28, 17, 126, ਖਾਲੀ ਥਾਂ 344। ਸੋ ਪਿਆਰੇ ਵਿਦਿਆਰਥੀਓ, ਇਹ ਵੀ ਜਿਹੜੀ ਸੀਰੀਜ਼ ਹੈ ਵੱਧ ਵੀ ਰਹੀ ਹੈ ਅਤੇ ਘੱਟ ਵੀ ਰਹੀ ਹੈ। ਵੱਧਦੇ ਕ੍ਰਮ ਵਿੱਚ ਵੀ ਹੈ ਅਤੇ ਘੱਟਦੇ ਕ੍ਰਮ ਵਿੱਚ ਵੀ ਹੈ। ਇੱਕ ਅੰਕ ਵੱਧਦੇ ਕ੍ਰਮ ਵਿੱਚ ਆ ਜਾਂਦਾ ਹੈ, ਦੂਸਰਾ ਅੰਕ ਘੱਟਦੇ ਕ੍ਰਮ ਵਿੱਚ ਆ ਜਾਂਦਾ ਹੈ। ਸੋ ਆਪਾਂ ਦੇਖਣਾ ਹੈ ਕਿ ਇਹ ਕਿਸ ਪ੍ਰਕਾਰ ਆਪਾਂ ਹੱਲ ਕਰ ਸਕਦੇ ਹਾਂ ਇਸ ਨੂੰ। ਜਿੰਨੇ ਵੀ ਵੱਧ ਤੋਂ ਵੱਧ ਤਰੀਕੇ ਨਾਲ ਅਸੀਂ ਸੋਚ ਸਕਦੇ ਹਾਂ, ਉਨੇ ਵੱਧ ਤੋਂ ਵੱਧ ਤਰੀਕੇ ਅਸੀਂ ਸੋਚਣੇ ਹਨ, ਕਿਉਂਕਿ ਮੈਂਟਲ ਐਬਿਲਿਟੀ ਦਾ ਭਾਵ ਹੀ ਇਹ ਹੈ, ਮਾਨਸਿਕ ਯੋਗਤਾ ਦਾ ਭਾਵ ਹੀ ਇਹ ਹੈ ਕਿ ਕੋਈ ਵਿਅਕਤੀ ਜਾਂ ਕੋਈ ਵਿਦਿਆਰਥੀ ਕਿਸੇ ਪ੍ਰਸ਼ਨ ਨੂੰ ਜਾਂ ਕਿਸੇ ਸਮੱਸਿਆ ਨੂੰ ਕਿੰਨੇ ਤਰੀਕਿਆਂ ਨਾਲ, ਕਿੰਨੇ ਢੰਗਾਂ ਨਾਲ ਹੱਲ ਕਰ ਸਕਦਾ ਹੈ ਅਤੇ ਕਿੰਨੀ ਜਲਦੀ ਹੱਲ ਕਰ ਸਕਦਾ ਹੈ। ਸੋ ਕਿਉਂਕਿ ਪਿਆਰੇ ਵਿਦਿਆਰਥੀਓ, ਤੁਹਾਨੂੰ ਇਸ ਪੇਪਰ ਦੇ ਵਿੱਚ 180 ਪ੍ਰਸ਼ਨ ਕਰਨੇ ਹੁੰਦੇ ਹਨ, 3 ਘੰਟੇ ਹੁੰਦੇ ਹਨ। ਸੋ 1 ਘੰਟੇ ਵਿੱਚ ਤੁਹਾਨੂੰ 1 ਮਿੰਟ ਦੇ ਵਿੱਚ 1 ਪ੍ਰਸ਼ਨ ਹੱਲ ਕਰਨਾ ਹੁੰਦਾ ਹੈ। 180 ਮਿੰਟ ਹੁੰਦੇ ਹਨ 3 ਘੰਟਿਆਂ ਦੇ, ਅਤੇ 180 ਹੀ ਪ੍ਰਸ਼ਨ ਹੁੰਦੇ ਹਨ। ਲਗਭਗ 1 ਮਿੰਟ ਲਈ 1 ਪ੍ਰਸ਼ਨ ਤੁਹਾਨੂੰ ਹੁੰਦਾ ਹੈ। 1 ਮਿੰਟ ਦੇ ਵਿੱਚ ਤੁਹਾਨੂੰ ਉਹ ਹੱਲ ਕਰਨਾ ਹੁੰਦਾ ਹੈ। ਇਸ ਕਰਕੇ ਜਿੰਨੇ ਵੱਧ ਤੋਂ ਵੱਧ ਵਿਚਾਰ ਉਹਦੇ ਵਿੱਚ ਆਉਂਦੇ ਹਨ ਉਹ ਤੁਹਾਨੂੰ ਸੋਚਣੇ ਚਾਹੀਦੇ ਹਨ। ਸੋ ਜੇਕਰ ਆਪਾਂ ਇੱਥੇ ਇੱਕ ਤਰੀਕਾ ਇਹ ਸੋਚੀਏ ਕਿ 5, 17 ਟਾਂਕ ਸੰਖਿਆ ਹੈ, 5, 17 ਵੀ ਟਾਂਕ ਸੰਖਿਆ ਹੈ, 28 ਅਤੇ 126 ਜਿਸ ਸੰਖਿਆ ਹੈ। ਇਸ ਤੋਂ ਬਾਅਦ ਅੱਗੇ ਇੱਥੇ ਟਾਂਕ ਸੰਖਿਆ ਆਏਗੀ ਹੋਰ, ਅਤੇ ਫਿਰ 344। ਇੱਕ ਤਰੀਕਾ ਆਪਾਂ ਇਸ ਢੰਗ ਨਾਲ ਸੋਚ ਸਕਦੇ ਹਾਂ ਕਿ 5 ਅਤੇ 17 ਦੇ ਵਿੱਚ ਕੀ ਸੰਬੰਧ ਹੈ ਕਿ 5 ਜਮ੍ਹਾਂ 12 17 ਪ੍ਰਾਪਤ ਹੋਏ ਹਨ। ਸੋ ਅੱਗੇ ਜਿਹੜਾ ਹੈ 17 ਜਮ੍ਹਾਂ 12 29 ਹੋਣੇ ਚਾਹੀਦੇ ਹਨ। ਸਾਡੀਆਂ ਆਪਸ਼ਨਾਂ ਦੇ ਵਿੱਚ ਕਿਤੇ ਵੀ 29 ਨਹੀਂ ਹੈ। ਇਸ ਕਰਕੇ ਇਸ ਸੋਚ ਨੂੰ ਅਸੀਂ ਇੱਥੇ ਹੀ ਛੱਡਦੇ ਹਾਂ। ਇਹ ਸਾਡੀ ਸੋਚ ਸਹੀ ਨਹੀਂ ਹੈ। ਇਸ ਤਰੀਕੇ ਨਾਲ ਸਾਡੇ ਕੋਲ ਹੱਲ ਇਹ ਪ੍ਰਸ਼ਨ ਨਹੀਂ ਹੋਣਾ। ਹੁਣ ਆਪਾਂ ਦੇਖਦੇ ਹਾਂ ਕਿ 128 ਅਤੇ 126 ਦੇ ਵਿੱਚ ਕਿੰਨਾ ਅੰਤਰ ਹੈ। 98 ਦਾ ਅੰਤਰ ਹੈ। 126 ਅਤੇ 144 ਦੇ ਵਿਚਕਾਰ 218 ਦਾ ਅੰਤਰ ਹੈ।
ਕੀ 98 ਅਤੇ 218 ਦੇ ਵਿੱਚ ਕੋਈ ਸੰਬੰਧ ਦਿਖਾਈ ਦੇ ਰਿਹਾ ਹੈ? ਚਲੋ ਹੋਰ ਤਰੀਕੇ ਨਾਲ ਸੋਚੋ। ਪੰਜ ਅਤੇ 28 ਦੇ ਵਿੱਚ ਕੀ ਸੰਬੰਧ ਹੈ? ਕਿਵੇਂ ਪ੍ਰਾਪਤ ਹੋਇਆ ਹਨ ਸਾਨੂੰ? ਜੇਕਰ ਅਸੀਂ 5 ਨੂੰ 5 ਦੇ ਨਾਲ ਗੁਣਾ ਕਰਦੇ ਹਾਂ ਅਤੇ 3 ਜੋੜ ਦਿੰਦੇ ਹਾਂ ਵਿੱਚ, ਤਾਂ ਸਾਨੂੰ 28 ਪ੍ਰਾਪਤ ਹੁੰਦਾ। 5 ਗੁਣਾ 5 25 ਜਮ੍ਹਾਂ 3 28। ਇਸੇ ਪ੍ਰਕਾਰ ਜੋ ਅਗਲੀ ਸੰਖਿਆ ਹੈ 17 ਅਤੇ 126, 17 ਨੂੰ 7 ਨਾਲ ਗੁਣਾ ਕੀਤਾ ਹੈ, ਜਮ੍ਹਾਂ 7 ਕੀਤੇ ਹਨ। ਇਸ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੰਖਿਆ ਕੁਦਰਤੀ ਸੰਖਿਆ ਹੈ, ਜਿਵੇਂ 5 ਹੈ ਪਹਿਲਾਂ, ਫਿਰ ਕੁਦਰਤੀ ਸੰਖਿਆ ਅਸੀਂ ਇੱਕ 17 ਲਈ ਹੈ। ਇਸ ਨੂੰ ਪਹਿਲਾਂ 3 ਦੇ ਨਾਲ ਗੁਣਾ ਕੀਤਾ, 5 ਦੇ ਨਾਲ ਗੁਣਾ ਕੀਤਾ ਹੈ, ਫਿਰ 7 ਦੇ ਨਾਲ, ਭਾਵ ਟਾਂਕ ਸੰਖਿਆ ਦੇ ਨਾਲ ਗੁਣਾ ਕਰਦੇ ਹਾਂ। ਅਗਲੀ ਟਾਂਕ ਸੰਖਿਆ 9 ਆਏਗੀ। ਇਸ ਪ੍ਰਕਾਰ ਪਹਿਲਾਂ 3 ਜੋੜੇ ਗਏ ਹਨ, ਫਿਰ ਅਗਲੀ ਟਾਂਕ ਸੰਖਿਆ 5 ਨੂੰ ਛੱਡ ਕੇ 7 ਜੋੜੇ ਗਏ ਹਨ। ਇਸ ਕਰਕੇ ਜੇਕਰ ਹੁਣ ਅਸੀਂ ਅਗਲੀ ਸੰਖਿਆ ਦੇਖਣੀ ਹੈ ਤਾਂ ਉਹ ਕਿਸੇ ਸੰਖਿਆ ਨੂੰ 9 ਦੇ ਨਾਲ ਗੁਣਾ ਕਰਕੇ ਉਸ ਦੇ ਵਿੱਚ 11 ਜੋੜਨ 'ਤੇ ਸਾਨੂੰ 344 ਪ੍ਰਾਪਤ ਹੋਣੇ ਚਾਹੀਦੇ ਹਨ। ਉਸ ਸੰਖਿਆ ਨੂੰ ਅਸੀਂ 9 ਨਾਲ ਗੁਣਾ ਕਰੀਏ ਅਤੇ ਉਸ ਦੇ ਵਿੱਚ 11 ਜੋੜੀਏ ਤਾਂ ਸਾਨੂੰ 344 ਪ੍ਰਾਪਤ ਹੋਣੇ ਚਾਹੀਦੇ ਹਨ। ਇਸ ਵਿਚਾਰ ਦੇ ਨਾਲ, ਇਸ ਸੋਚਣ ਦੀ ਵਿਚਾਰਧਾਰਾ ਦੇ ਨਾਲ ਜੇਕਰ ਆਪਾਂ ਚੱਲਦੇ ਹਾਂ ਤਾਂ 344 ਪ੍ਰਾਪਤ ਕਰਨ ਕਿਵੇਂ ਕੀਤੇ ਜਾਂਦੇ ਹਨ? ਅਸੀਂ 344 ਦੇ ਵਿੱਚੋਂ 11 ਮਾਈਨਸ ਕਰ ਦਿੰਦੇ ਹਾਂ ਤਾਂ ਸਾਡੇ ਕੋਲ 333 ਪ੍ਰਾਪਤ ਹੁੰਦੇ ਹਨ। 333 ਨੂੰ 9 ਦੇ ਨਾਲ ਭਾਗ ਕਰਦੇ ਹਾਂ ਤਾਂ ਸਾਡੇ ਕੋਲ 37 ਪ੍ਰਾਪਤ ਹੁੰਦਾ ਹੈ, ਅਤੇ ਜੋ ਕਿ ਸਾਡੇ ਕੋਲ ਆਪਸ਼ਨ ਦੇ ਵਿੱਚ 37 ਹਨ। ਸੋ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਹੈ ਉੱਤਰ ਉਹ ਆਪਸ਼ਨ ਨੰਬਰ 3 ਹੈ। ਪਰੰਤੂ ਇਹ ਵੀ ਜਿਹੜੀ ਸੋਚਣ ਦਾ ਵਿਚਾਰਧਾਰਾ ਹੈ ਪੂਰੀ ਸਹੀ ਨਹੀਂ ਲੱਗ ਰਹੀ, ਤਰਕਪੂਰਨ ਨਹੀਂ ਲੱਗ ਰਹੀ। ਆਓ ਕਿਸੇ ਹੋਰ ਢੰਗ ਨਾਲ ਸੋਚੀਏ। ਅਸੀਂ ਦੇਖਦੇ ਹਾਂ ਕਿ 5 ਸਾਨੂੰ ਕਿਵੇਂ ਪ੍ਰਾਪਤ ਹੋਏ ਹਨ। ਉਹ ਹੈ 2 ਦੀ ਘਾਤ 2 ਜਾਂ 2 ਦੇ ਵਰਗ ਵਿੱਚ 1 ਜੋੜਿਆ ਗਿਆ ਹੈ। ਜੋ ਕੁਦਰਤੀ ਸੰਖਿਆ 2 ਹੈ ਉਸ ਦੇ ਵਰਗ ਦੇ ਵਿੱਚ 1 ਜੋੜਿਆ ਗਿਆ ਹੈ। 28 ਕਿਵੇਂ ਪ੍ਰਾਪਤ ਹੋਏ ਹਨ? 3 ਦੇ ਘਣ ਵਿੱਚ 1 ਜੋੜਿਆ ਗਿਆ ਹੈ। 3 ਦਾ ਘਣ ਹੁੰਦਾ 27, ਉਸ ਦੇ ਵਿੱਚ 1 ਜੋੜਿਆ ਗਿਆ ਹੈ। 17 ਕਿਵੇਂ ਪ੍ਰਾਪਤ ਹੋਏ ਹਨ? 4 ਦੇ ਵਰਗ ਵਿੱਚ 1 ਜੋੜਿਆ ਗਿਆ ਹੈ। 126 ਕਿਵੇਂ ਪ੍ਰਾਪਤ ਹੋਏ ਹਨ? 5 ਦੇ ਘਣ ਵਿੱਚ 1 ਜੋੜਿਆ ਗਿਆ ਹੈ। 5 ਦਾ ਘਣ ਹੁੰਦਾ ਹੈ 125, 5 ਗੁਣਾ 5 25, 25 ਗੁਣਾ 5 125। ਸੋ ਇਸੇ ਪ੍ਰਕਾਰ 344 ਜੋ ਹੈ ਉਹ 7 ਦੇ ਘਣ ਦੇ ਵਿੱਚ 1 ਜੋੜਿਆ ਗਿਆ ਹੈ। 7 ਦਾ ਘਣ ਹੁੰਦਾ ਹੈ 343, 7 7 49, 49 ਗੁਣਾ 7 ਬਰਾਬਰ 343। ਸੋ ਅਸੀਂ ਦੇਖਦੇ ਹਾਂ ਕਿ ਇਹ ਇੱਕ ਸੰਬੰਧ ਜਿਹੜਾ ਹੈ ਸਾਰੀਆਂ ਹੀ ਸੰਖਿਆਵਾਂ ਦੇ ਵਿੱਚ ਸਥਾਪਿਤ ਹੋ ਰਿਹਾ ਹੈ। ਹਰ ਇੱਕ ਸੰਖਿਆ ਦੇ ਵਿੱਚ 1 ਜੋੜਿਆ ਜਾ ਰਿਹਾ ਹੈ। ਅਤੇ ਜੋ ਪਹਿਲੀ ਸੰਖਿਆ ਹੈ ਉਹ 2 ਦੇ ਵਰਗ ਵਿੱਚ 1 ਜੋੜਿਆ ਹੈ, ਫਿਰ 3 ਦੇ ਘਣ ਵਿੱਚ ਹੈ, 2 ਦਾ ਵਰਗ 3 ਦਾ ਘਣ, ਫਿਰ 4 ਦਾ ਵਰਗ 5 ਦਾ ਘਣ। ਇਸ ਕਰਕੇ ਜੋ ਅਗਲੀ ਸੰਖਿਆ ਹੋਏਗੀ 126 ਤੋਂ ਬਾਅਦ ਉਹ 6 ਦਾ ਵਰਗ ਜਮ੍ਹਾਂ 1 ਹੋਏਗੀ। 6 ਦਾ ਵਰਗ ਜਮ੍ਹਾਂ 1, ਔਰ ਇਹ ਬਰਾਬਰ ਕਿੰਨੀ ਹੁੰਦੀ ਹੈ? ਇਹ ਬਰਾਬਰ ਹੁੰਦੀ ਹੈ 37। ਇਸ ਕਰਕੇ ਸਾਡਾ ਜੋ ਸਹੀ ਉੱਤਰ ਹੈ ਉਹ 37 ਹੈ, ਆਪਸ਼ਨ ਨੰਬਰ 3। ਇਸ ਕਰਕੇ ਅਸੀਂ 3 ਦੇ ਨੰਬਰ ਓਵਲ ਨੂੰ ਜਾਂ 3 ਨੰਬਰ ਅੰਡਾਕਾਰ ਨੂੰ ਕਾਲਾ ਕਰਾਂਗੇ। ਸੋ ਅਗਲਾ 6ਵਾਂ ਪ੍ਰਸ਼ਨ ਹੈ 23 29 31 37 41 ਅਤੇ 43। ਇਹਨਾਂ ਲੜੀਆਂ ਨੂੰ ਆਪਾਂ ਦੇਖੀਏ ਕਿ ਇਹ ਚੜ੍ਹਦੇ ਕ੍ਰਮ ਵਿੱਚ ਹਨ। ਹੋਰ ਇਹਨਾਂ ਵਿੱਚ ਕੀ ਸੰਬੰਧ ਹੈ? ਅਸੀਂ ਦੇਖਦੇ ਹਾਂ ਕਿ ਇਹ ਲੜੀਆਂ ਜਿਹੜੀਆਂ ਹਨ ਇਹ ਸਾਰੀਆਂ ਹੀ ਅਭਾਜ ਸੰਖਿਆਵਾਂ ਹਨ। 23 29 31 37 41 43। ਇਸ ਕਰਕੇ ਅਗਲੀ ਸੰਖਿਆ ਜੋ ਹੈ ਚੜ੍ਹਦੇ ਕ੍ਰਮ ਵਿੱਚ ਆਏਗੀ, ਅਗਲੀ ਸੰਖਿਆ ਆਏਗੀ ਅਤੇ ਉਹ ਅਭਾਜ ਸੰਖਿਆ ਹੋਣੀ ਚਾਹੀਦੀ ਹੈ। ਸੋ ਦਿੱਤੀਆਂ ਗਈਆਂ ਸੰਖਿਆ ਵਿੱਚੋਂ 45 49 ਅਤੇ 51 ਤਿੰਨੋਂ ਹੀ ਭਾਜ ਹਨ, ਜਦੋਂ ਕਿ ਇੱਕੋ ਇੱਕ ਸੰਖਿਆ ਜਿਹੜੀ ਹੈ ਅਭਾਜ ਹੈ ਉਹ ਹੈ 47।
इस करके जो साडा सही उत्तर है वो ऑप्शन नंबर 2 या 47 है। सो इत्थे जिहड़ा है अगली संख्या 47 आनी चाहिए है। अगला प्रश्न है 3 9 21 45 93। सो ये जिहड़ी संख्या लड़ी दी गई है ये भी चढ़ते क्रम में है। जेकर इत्थे देखिए 3 और 9 के विचकार जो अंतर है वो 6 है। 9 और 21 के विचकार अंतर 12 है। 21 और 45 के अंतर 24 है। 45 और 93 के विचकार अंतर 48 है। सो असीं देखते हाँ कि सानू जो संख्यावां प्राप्त हो रही हैं वो अंतर जो है वो 6 12 24 48 सानू संख्या प्राप्त हो रही है। सो जी अगली संख्या है उहनां विचकार अंतर सानू 96 का होना चाहिए है। भाव 48 गुणा 2 हर दुगने हो रहे हैं। 6 का दुगना 12 12 का दुगना 24 24 का 2 गुणा 48। सो अगली जी संख्या है वो सानू 93 में 96 जोड़ के प्राप्त होनी चाहिए है। सो 93 जमा 96 बराबर है 199। सो साडा उत्तर जोड़ा है वो ऑप्शन नंबर 2 199 होनी चाहिए है। इसनों आप दूजे तरीके नाल भी देख सकते हैं कि 3 जो है उसनों 2 दे नाल गुणा करके विच 3 जोड़िया गया है तो सानू 9 प्राप्त होया है। फिर 9 नूं 2 दे नाल गुणा करके विच 3 जोड़िया गया है 21 प्राप्त होया है। फिर 21 नूं 2 दे नाल गुणा करके 3 जोड़िया गया है 45 प्राप्त होया है। 45 नूं 2 दे नाल गुणा करके विच 3 जोड़िया गया है 93 प्राप्त होया है। सो अगली संख्या जी है वो 93 नूं 2 नाल गुणा करन ते 1 जोड़ के 3 जोड़ के प्राप्त होनी चाहिए है। सो वो 93 2 नाल गुणा जमा 3 बराबर 199। सो साडा सही उत्तर ऑप्शन नंबर 2 होएगी। इस तरह जिहड़ा है असीं हर एक प्रश्न नूं एक तो वध तरीके नाल सोच सकते हैं। सो अगला प्रश्न है 2 9 28 65 126। असीं देखते हैं कि 2 और 9 के विचकार 7 का अंतर है। 9 और 28 के विचकार 19 का अंतर है। 28 और 65 के विचकार 35 का अंतर है। 65 और 126 के विचकार 61 का अंतर है। सो 7 19 35 61 ये जिहड़े है अंतर साडे कोल आ रहे हैं। इन्हां दे विच की कोई संबंध तुहानूं दिखाई दे रहा है 7 19 35 61 दे विच? उही संबंध जिहड़ा है अगे सानूं 126 दे विच वो संख्या जोड़ के प्राप्त होना चाहिए है। होर तरीके नाल सोचते हाँ कि जिवें 2 सानूं किवें प्राप्त होए हैं। 1 दे घण विच 1 जोड़न ते सानूं 2 प्राप्त होए हैं। 9 किवें प्राप्त होया है 2 दे घण विच 1 जोड़िया गया है तो सानूं 9 प्राप्त होया है। 28 किवें प्राप्त होया है 3 दे घण विच 1 जोड़िया गया है तो सानूं 28 प्राप्त होंदा है। 4 दे घण 4 चौके 16 16 चौके 64 64 दे विच 1 जोड़िया गया है तो सानूं 65 प्राप्त होया है। 5 दे घण विच 1 जोड़िया गया है तो सानूं 126 प्राप्त होया है। इस तरह 6 दे घण विच 1 जोड़ांगे तो सानूं अगली संख्या प्राप्त होएगी। 6 का घण हुंदा है 216 विच 1 जोड़ांगे तो सानूं 217 प्राप्त होएगा। सो जो साडा उत्तर है वो ऑप्शन नंबर 3 होएगी। सो 9वां प्रश्न है 840 168 42 14 7। असीं देखते हैं कि सानूं जिहड़ा है घटदे क्रम विच एक लड़ी दी गई है। सो या तो इत्थे भाग हो रही होगी या घटाओ हो रही होगी। जेकर आप अंतर देखने की कोशिश करांगे तो 840 और 168 के विचकार अंतर 672 का है। 168 और 42 के विच अंतर 126 का है। ये अंतर जिहड़े हैं 626 और 672 और 126 के विच अंतर काफ़ी ज़्यादा है। सो ये घटाओ करके प्राप्त होए नहीं लगते। असी भाग करके ये देखने की कोशिश करांगे। असीं देखते हैं कि 840 नूं जेकर 5 नाल भाग किया जाता है तो 168 प्राप्त होंदे हैं।
168 ਨੂੰ 4 ਦੇ ਨਾਲ ਭਾਗ ਕਰਦੇ ਹਾਂ ਤਾਂ 42 ਪ੍ਰਾਪਤ ਹੁੰਦੇ ਹਨ। 42 ਨੂੰ 3 ਨਾਲ ਭਾਗ ਕਰਦੇ ਹਾਂ ਤਾਂ 14 ਪ੍ਰਾਪਤ ਹੁੰਦੇ ਹਨ। 14 ਨੂੰ 7 ਦੇ ਨਾਲ 2 ਨਾਲ ਭਾਗ ਕਰਦੇ ਹਾਂ ਤਾਂ ਸਾਨੂੰ 7 ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਸਾਨੂੰ ਇੱਕ ਸੰਬੰਧ ਦਿਖਾਈ ਦੇ ਰਿਹਾ ਹੈ। ਪਹਿਲਾਂ 5 ਨਾਲ ਭਾਗ ਕੀਤੀ ਗਈ ਹੈ, ਫਿਰ 4 ਨਾਲ ਭਾਗ ਕੀਤੀ ਗਈ ਹੈ, ਫਿਰ 3 ਦੇ ਨਾਲ ਭਾਗ ਕੀਤੀ ਗਈ ਹੈ, ਉਸ ਦੇ ਅੱਗੇ 2 ਨਾਲ ਭਾਗ ਕੀਤੀ ਹੈ। ਭਾਵ ਇਸ ਤੋਂ ਅਗਲੀ ਜਿਹੜੀ ਸੰਖਿਆ ਹੈ ਉਹ 1 ਨਾਲ ਭਾਗ ਕਰਕੇ ਪ੍ਰਾਪਤ ਹੋਣੀ ਚਾਹੀਦੀ। ਸੋ ਜਦੋਂ ਵੀ 7 ਨੂੰ 1 ਦੇ ਨਾਲ ਭਾਗ ਕਰਾਂਗੇ ਤਾਂ 1 ਨਾਲ ਭਾਗ ਕਰਕੇ ਪ੍ਰਾਪਤ ਹੋਣੀ ਚਾਹੀਦੀ ਹੈ। ਅਸੀਂ ਦੇਖਦੇ ਹਾਂ ਕਿ 7 ਨੂੰ ਜੇਕਰ 1 ਦੇ ਨਾਲ ਭਾਗ ਕਰਦੇ ਹਾਂ ਤਾਂ ਸਾਨੂੰ 7 ਪ੍ਰਾਪਤ ਹੁੰਦਾ ਹੈ। ਸੋ ਸਾਡੀ ਜਿਹੜੀ ਹੈ ਆਪਸ਼ਨ ਨੰਬਰ 2 ਸਹੀ ਹੋ ਸਕਦੀ ਹੈ। ਦੂਜੇ ਤਰੀਕੇ ਨਾਲ ਦੇਖਦੇ ਹਾਂ, ਜੇਕਰ ਆਪਾਂ ਗੁਣਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਆਪਾਂ ਹੁਣ ਉਲਟੇ ਪਾਸੇ ਚੱਲਦੇ ਹਾਂ, ਸੱਜੇ ਤੋਂ ਖੱਬੇ ਵੱਲ ਨੂੰ ਚੱਲਦੇ ਹਾਂ। 7 ਨੂੰ 2 ਨਾਲ ਗੁਣਾ ਕੀਤੀ ਤਾਂ 14 ਪ੍ਰਾਪਤ ਹੋਇਆ ਹੈ। 14 ਨੂੰ 3 ਦੇ ਨਾਲ ਗੁਣਾ ਕੀਤੀ ਤਾਂ ਸਾਨੂੰ 42 ਪ੍ਰਾਪਤ ਹੋਏ ਹਨ। 42 ਨੂੰ 4 ਦੇ ਨਾਲ ਗੁਣਾ ਕੀਤੀ 168 ਪ੍ਰਾਪਤ ਹੋਏ ਹਨ। 168 ਨੂੰ 5 ਨਾਲ ਗੁਣਾ ਕੀਤੀ ਤਾਂ 840 ਪ੍ਰਾਪਤ ਹੋਏ ਹਨ। ਸੋ ਇੱਥੇ ਉਹ ਸੰਖਿਆ ਚਾਹੀਦੀ ਜਿਹੜੀ 1 ਨਾਲ ਗੁਣਾ ਹੋਵੇ। ਸੋ 7 ਨੂੰ 2 ਨਾਲ ਗੁਣਾ ਕੀਤੀ 14, 14 ਨੂੰ 3 ਨਾਲ 42, 42 ਨੂੰ 4 ਨਾਲ 168, 168 ਨੂੰ 5 ਨਾਲ 840। ਸੋ ਸਾਨੂੰ ਜਿਹੜੀ ਸੰਖਿਆ ਚਾਹੀਦੀ ਹੈ ਉਹ ਸੰਖਿਆ ਚਾਹੀਦੀ ਹੈ ਜਿਸ ਨੂੰ 1 ਨਾਲ ਗੁਣਾ ਕਰਨ 'ਤੇ 7 ਪ੍ਰਾਪਤ ਹੋਵੇ। ਸੋ ਉਹ ਸੰਖਿਆ ਹੈ 7। 7 ਨੂੰ 1 ਨਾਲ ਗੁਣਾ ਕਰਾਂਗੇ ਤਾਂ ਸਾਨੂੰ 7 ਪ੍ਰਾਪਤ ਹੋਏਗਾ। ਇਸ ਕਰਕੇ ਜੋ ਸਹੀ ਆਪਸ਼ਨ ਹੈ ਉਹ ਆਪਸ਼ਨ ਨੰਬਰ 2 ਹੈ। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ। ਇੱਕ ਸੀਰੀਜ਼ ਦਿੱਤੀ ਗਈ ਹੈ ਜਿਹੜੀ ਕਿ ਅੱਖਰ ਅਤੇ ਅੰਕ ਦੋਨੋਂ ਹਨ। ਪਹਿਲਾਂ 5 ਹਨ, ਫਿਰ 8 ਹਨ, ਫਿਰ 11 ਹਨ, ਭਾਵ 3 ਦਾ ਅੰਤਰ ਹੈ। ਅੱਗੇ 14 ਹਨ ਅਤੇ 14 ਤੋਂ ਅੱਗੇ 17 ਆਉਣਗੇ। ਸੋ ਆਪਾਂ ਦੇਖਦੇ ਹਾਂ ਕਿ ਚਾਰੋਂ ਹੀ ਆਪਸ਼ਨਾਂ ਵਿੱਚ 17 ਹਨ। ਇਸ ਕਰਕੇ ਚਾਰੋਂ ਹੀ ਆਪਸ਼ਨਾਂ ਦੇ ਉੱਪਰ ਸਾਨੂੰ ਵਿਚਾਰ ਕਰਨਾ ਪਏਗਾ। ਹੁਣ ਅਸੀਂ ਚੱਲਦੇ ਹਾਂ ਅੱਖਰ ਲੜੀਆਂ ਦੇ ਵਿੱਚ। ਅੱਖਰਾਂ ਵਿੱਚ ਸਾਨੂੰ ਕੋਲ 2 ਅੱਖਰ ਹਨ, KM, GS, EV। ਅਸੀਂ ਦੇਖਦੇ ਹਾਂ ਕਿ ਇੱਕ ਲੜੀ ਦੇ ਵਿੱਚ ਅੱਖਰ ਵੱਧਦੇ ਕ੍ਰਮ ਵਿੱਚ ਹਨ, ਇੱਕ ਘਟਦੇ ਕ੍ਰਮ ਵਿੱਚ ਹਨ। KGE ਇਹ ਘਟਦੇ ਕ੍ਰਮ ਵਿੱਚ ਹਨ। MSV ਇਹ ਅੱਗੇ ਤੋਂ ਅੱਗੇ ਚੱਲਦੇ ਹੋਏ ਵੱਧਦੇ ਕ੍ਰਮ ਵਿੱਚ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ। ਸੋ ਜੇਕਰ ਆਪਾਂ ਦੇਖੀਏ ਫਿਰ ਉਸੇ ਤਰ੍ਹਾਂ ਪੁੱਠੇ ਪਾਸੇ ਸ਼ੁਰੂ ਕਰਦੇ ਹਾਂ, ਸੱਜੇ ਪਾਸੇ ਤੋਂ, ਕਿ ਪਹਿਲਾਂ E ਦਿੱਤਾ ਹੋਇਆ ਹੈ। ਪਹਿਲਾਂ ਅਸੀਂ ਇੱਕ ਹੀ ਅੱਖਰ ਲਵਾਂਗੇ E ਤੋਂ ਬਾਅਦ F ਨੂੰ ਛੱਡਿਆ ਗਿਆ ਹੈ, G ਆ ਗਿਆ ਹੈ। ਅਗਲੇ ਦੇ ਵਿੱਚ ਸਾਡੇ ਕੋਲ G ਆ ਗਿਆ ਹੈ। ਉਸ ਤੋਂ ਅਗਲੇ ਵਿੱਚ H ਨੂੰ ਛੱਡਿਆ ਗਿਆ ਹੈ, I ਆ ਗਿਆ ਹੈ। ਇੱਥੇ ਸਾਡੇ ਕੋਲ I ਪ੍ਰਾਪਤ ਹੋ ਗਿਆ। I ਤੋਂ ਬਾਅਦ J ਨੂੰ ਛੱਡਿਆ ਗਿਆ ਹੈ, K ਆ ਗਿਆ ਸਾਡੇ ਕੋਲ। ਸੋ ਇਸ ਕਰਕੇ ਆਪਾਂ ਦੇਖਦੇ ਹਾਂ ਕਿ ਇੱਕ ਇੱਕ ਅੱਖਰ ਛੱਡ ਕੇ ਆ ਰਿਹਾ। ਸੋ E ਤੋਂ ਪਹਿਲਾਂ ਅਸੀਂ ਕਿਹੜਾ ਅੱਖਰ ਛੱਡਾਂਗੇ? D ਦੀ ਜਗ੍ਹਾ ਕਿਹੜਾ ਆਉਣਾ ਚਾਹੀਦਾ ਹੈ? C ਅੱਖਰ ਆਉਣਾ ਚਾਹੀਦਾ ਹੈ। ਸੋ ਅਸੀਂ ਦੇਖਦੇ ਹਾਂ ਕਿ ਇੱਕ ਅੱਖਰ ਜੋ ਪਹਿਲਾ ਹੈ ਸਾਡੇ ਕੋਲ C ਆ ਗਿਆ ਹੈ। ਸੋ BX 17 ਅਤੇ BY 17 ਨੂੰ ਆਪਾਂ ਛੱਡ ਸਕਦੇ ਹਾਂ। ਹੁਣ ਅਸੀਂ ਇਹਨਾਂ ਦੋਨਾਂ ਦੇ ਵਿੱਚੋਂ ਆਪਣਾ ਉੱਤਰ ਲੱਭਣਾ ਹੈ, ਜਾਂ CY 17 ਹੈ ਜਾਂ CX 17 ਹੈ। ਹੁਣ ਅਸੀਂ ਦੂਸਰੇ ਅੱਖਰ ਨੂੰ ਦੇਖਦੇ ਹਾਂ। ਹੁਣ ਅਸੀਂ ਇੱਧਰ ਖੱਬੇ ਪਾਸੇ ਤੋਂ ਹੀ ਸ਼ੁਰੂ ਕਰਾਂਗੇ। M ਹੈ ਪਹਿਲੇ ਲੜੀ ਦੇ ਵਿੱਚ, ਉਸ ਤੋਂ ਬਾਅਦ N ਆਉਂਦਾ ਹੈ, N ਨੂੰ ਛੱਡ ਦਿੱਤਾ, O ਆਉਂਦਾ ਹੈ, O ਨੂੰ ਛੱਡ ਦਿੱਤਾ, ਉਸ ਦੇ ਵਿੱਚ ਅੱਗੇ P ਰੱਖਿਆ ਗਿਆ ਹੈ। P ਤੋਂ ਅੱਗੇ Q ਆਉਂਦਾ ਹੈ, Q ਛੱਡ ਦਿੱਤਾ, R ਛੱਡ ਦਿੱਤਾ, ਅਗਲੇ ਵਿੱਚ S ਹੈ। S ਤੋਂ ਅੱਗੇ T ਛੱਡ ਦਿੱਤਾ, U ਛੱਡ ਦਿੱਤਾ, V ਆ ਗਿਆ ਹੈ। ਇਸੇ ਪ੍ਰਕਾਰ ਅੱਗੇ ਅਸੀਂ W ਛੱਡਾਂਗੇ, X ਛੱਡਾਂਗੇ ਅਤੇ ਅਗਲਾ ਅੱਖਰ Y ਆਉਣਾ ਚਾਹੀਦਾ ਹੈ। ਸੋ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਜੋ ਉੱਤਰ ਹੈ ਉਹ CY 17 ਬਣਦਾ ਹੈ। ਇਸ ਕਰਕੇ ਜੋ ਸਾਡਾ ਇਸ ਦੇ ਵਿੱਚ ਸਹੀ ਉੱਤਰ ਹੈ ਉਹ ਆਪਸ਼ਨ ਨੰਬਰ 2 ਹੈ। ਇਸ ਕਰਕੇ ਅਸੀਂ ਜਿਹੜਾ ਹੈ ਆਪਸ਼ਨ ਨੰਬਰ 2 ਦੇ ਅੰਡੇ ਨੂੰ ਜਾਂ 2 ਦੇ ਅੰਡਾਕਾਰ ਨੂੰ ਕਾਲਾ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਇਹ ਸਾਡੇ ਪ੍ਰਸ਼ਨ ਸਨ। ਅੱਗੇ ਵੀ ਅਸੀਂ ਇਸ ਸੰਬੰਧ ਵਿੱਚ ਅਗਲੀ ਵੀਡੀਓ ਜ਼ਰੂਰ ਪਾਵਾਂਗੇ। ਇਸ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ
ਤਾਂ ਕਿ ਜਦੋਂ ਵੀ ਅਸੀਂ ਅਗਲੀ ਵੀਡੀਓ ਇਸ ਸੰਬੰਧ ਵਿੱਚ ਪਾਈਏ ਤਾਂ ਤੁਹਾਨੂੰ ਉਸ ਦੇ ਬਾਰੇ ਵਿੱਚ ਉਹ ਵੀਡੀਓ ਤੁਹਾਨੂੰ ਪ੍ਰਾਪਤ ਹੋ ਸਕੇ। ਸੋ ਧੰਨਵਾਦ, ਸ਼ੁਕਰੀਆ।